ਜਿਨਾ ਆਇਆ ਤੇ ਜਗਤ ਤਰ ਜਾਵੇ। ਤਨ ਤਨ ਆਉਣਾ ਉਹਨਾਂ ਦਾ, ਜਿਨਾ ਆਇਆ ਤੇ ਜਗਤ ਤਰ ਜਾਵੇ। ਤਨ ਤਨ ਆਉਣਾ ਉਹਨਾਂ ਦਾ। ਜਿਨਾ ਆਇਆ ਤੇ ਜਗਤ ਤਰ ਜਾਵੇ, ਜਗਤ ਤਰ ਜਾਵੇ। ਤਨ ਤਨ ਆਉਣਾ ਉਹਨਾਂ ਦਾ, ਆਇਆ ਤੇ ਜਗਤ ਤਰ ਜਾਵੇ। ਤਨ ਤਨ ਆਉਣਾ ਉਹਨਾਂ ਦਾ। ਸਤਨਾਮ ਸ੍ਰੀ ਵਾਹਿਗੁਰੂ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਹੀਂ ਦੂਰ। ਨਾਨਕ ਭ੍ਰਮ ਭਉ ਮਿਟ ਗਏ, ਰਾਵਣ ਰਾਮ ਭਰਪੂਰ। ਓ ਪਿਆਰੇ ਭਵ ਜਲ ਤਾਰਨ ਹਾਰ, ਸੰਤ ਨੇ ਸੁਹਾਈ ਜੀਵਾਂ ਦੇ। ਪਿਆਰੇ ਭਵ ਜਲ ਤਾਰਨ ਹਾਰ, ਉਹ ਸੰਤ ਨੇ ਸੁਹਾਈ ਜੀਵਾਂ ਦੇ। ਭਾਵ ਜਲ ਤਾਰਨ ਹਾਰ ਜੀ, ਤਾਰਨ ਹਾਰ, ਸੰਤ ਨੇ ਸੁਹਾਈ ਜੀਵਾਂ ਦੇ। ਭਾਵ ਜਲ ਤਾਰਨ ਹਾਰ, ਉਹ ਸੰਤ ਨੇ ਸੁਹਾਈ ਜੀਵਾਂ ਦੇ। ਸੰਤ ਨੇ ਜੀ ਸਹਾਈ ਜੀਵਾਂ ਦੇ। ਓ ਸੰਤ ਨੇ ਜੀ ਸਹਾਈ ਜੀਵਾਂ ਦੇ। ਸੰਤ ਨੇ ਜੀ ਸਹਾਈ ਜੀਵਾਂ ਦੇ। ਸੰਤ ਨੇ ਜੀ ਸਹਾਈ ਜੀਵਾਂ ਦੇ। ਓ ਸੰਤ ਨੇ ਜੀ ਸਹਾਈ ਜੀਵਾਂ ਦੇ। ਚਾਰੇ ਭਾਵ ਜਲ ਤਾਰਨ ਹਾਰ, ਤਾਰਨ ਹਾਰ, ਸੰਤ ਨੇ ਸਹਾਈ ਜੀਵਾਂ ਦੇ। ਪਿਆਰੇ ਭਾਵ ਜਲ ਤਾਰਨ ਹਾਰ, ਉਹ ਸੰਤ ਨੇ ਸਹਾਈ ਜੀਵਾਂ ਦੇ।
ਸੰਤ ਸਹਾਈ ਜੀ ਕੇ ਭਵ ਜਲ ਤਾਰਨਹਾਰ, ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਓਏ ਤਾਂ ਜੋਤ ਨਿਰੰਜਣੀ ਆਈ ਹੈ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਇਹ ਤਾਂ ਜੋਤ ਨਿਰੰਜਣੀ ਆਈ ਹੈ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਜੋਤ ਨਿਰੰਜਣੀ ਆਈ ਹੈ, ਨਿਰੰਜਣੀ ਆਈ ਹੈ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਜੋਤ ਨਿਰੰਜਣੀ ਆਈ ਹੈ, ਉਹ ਦਰਸ਼ਨ ਕਰ ਲੋ ਭਾਗਾਂ ਵਾਲਿਓ। ਦਰਸ਼ਨ ਕਰ ਲੋ ਜੀ ਭਾਗਾਂ ਵਾਲਿਓ, ਉਹ ਦਰਸ਼ਨ ਕਰ ਲੋ ਭਾਗਾਂ ਵਾਲਿਓ। ਪਿਆਰੇ ਜੀ ਦਰਸ਼ਨ ਕਰ ਲੋ ਭਾਗਾਂ ਵਾਲਿਓ। ਪਿਆਰੇ ਜੀ ਦਰਸ਼ਨ ਕਰ ਲੋ ਭਾਗਾਂ ਵਾਲਿਓ। ਇਹ ਤਾਂ ਜੋਤ ਨਿਰੰਜਣੀ ਆਈ ਹੈ, ਇਹ ਤਾਂ ਜੋਤ ਨਿਰੰਜਣੀ ਆਈ ਹੈ। ਓਏ ਤਾਂ ਜੋਤ ਨਿਰੰਜਣੀ ਨਿਰੰਜਣੀ ਆਈ ਹੈ, ਦਰਸ਼ਨ ਕਰ ਲੋ ਭਾਗਾਂ ਵਾਲਿਓ। ਇਹ ਤਾਂ ਜੋਤ ਨਿਰੰਜਣੀ ਆਈ ਹੈ, ਉਹ ਦਰਸ਼ਨ ਕਰ ਲੋ ਭਾਗਾਂ ਵਾਲਿਓ। ਹਰ ਜੋਗ ਜੋਗ ਭਗਤ ਪਾਇਆ, ਰਾਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ। ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀਆਂ ਨਿੰਦਕਾਂ ਪਿੱਠ ਦੇ। ਨਾਮ ਦਿਓ ਮੁਖ ਲਾਇਆ, ਨਾਨਕ ਐਸਾ ਹਰ ਸੇਵਿਆ।
ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ, ਹਰ ਜੁਗ ਜੁਗ ਭਗਤ ਪਾਇਆ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕੇਤਕ ਦੂਰ ਤਲਵੰਡੀ ਰਹੀ, ਪੁੱਤਰ ਪਰੀ ਪਿਖ ਸੋਨਾ ਥਲ ਤਹੀ। ਕੇਤਕ ਦੂਰ ਤਲਵੰਡੀ ਰਹੀ, ਪੁੱਤਰ ਪਰੀ ਪਿਖ ਸੋਨ ਥਲ ਤਹੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਿਦ ਏਕ ਨੀਤ ਰਚੀ ਜਗ ਮੈਂ, ਸਭ ਸੰਤਨ ਕੈ ਤਨ ਪੇਟ ਲਗਾਏ। ਮੁਖ ਚਾਰਨ ਫੇਰ ਵਿਚਾਰ ਕੀਓ, ਤਰਨ ਪੱਲਵ ਨਾਹਿ ਆਹਾਰ ਬਨਾਏ। ਆਤਮ ਲੀਨ ਦੁਖੀ ਨਰ ਜੇ, ਤਿਨ ਕੇ ਘਰ ਵੀ ਗਮ ਗਾਏ। ਮਨ ਕੇ ਅਨਸਾਰ ਰਚੇ ਬਿਦ ਕੋ, ਜਾਨ ਤੋ ਨ ਸੀਖ ਸਖਾਏ। ਏਕੰਕਾਰ ਸਤਿਗੁਰ ਤੇ ਪ੍ਰਸਾਦ ਪ੍ਰਸਾਦ, ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ। ਦੇਨ ਦੁਨੀਆ ਦੇ ਮਾਲਕ ਨੇ, ਜਿਹੜੇ ਜੰਗਲ ਦੇ ਇਲਾਕੇ ਦੇ ਵਿੱਚ ਵਸਣ ਵਾਲੇ ਬਹੁਤ ਸਾਰੇ ਪਿੰਡ ਜਾਂ ਨਗਰ ਸਨ, ਦੂਰ ਦਰੇਡੇ, ਬੜਾ ਹੀ ਗੁਰ ਸਿੱਖੀ ਦਾ ਪ੍ਰਚਾਰ ਕੀਤਾ। ਜਿੱਥੇ ਵੀ ਸੰਗਤਾਂ ਨੂੰ ਇਹ ਖਬਰ ਪ੍ਰਾਪਤ ਹੋ ਜਾਂਦੀ ਵੀ ਫਲਾਣੇ ਨਗਰ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਡੇਰੇ ਲਗਾਏ ਹੋਏ ਹਨ, ਉਸ ਵਕਤ ਸੰਗਤਾਂ ਬੀਰਾ ਕੱਤ ਕੇ ਉਸ ਪਿੰਡ ਜਾਂ ਨਗਰ ਦੇ ਵਿੱਚ ਪਹੁੰਚ ਜਾਂਦੀਆਂ ਸਨ। ਜਿਹੜੇ ਘੁੱਦੂ ਤੇ ਸੁੱਖੂ, ਇਹ ਦੋਵੇਂ ਮਹੰਤ, ਜਿਹੜਾ ਇਹਨਾਂ ਦਾ ਇੱਕ ਦੇਵਾਨਾ ਸਾਧੂ ਕਾਫੀ ਟਾਈਮ ਪਹਿਲਾਂ ਆ ਕਰਕੇ ਨੇ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰਨ ਦੇ ਲਈ ਬੜਾ ਮਨ ਦੇ ਵਿੱਚ ਹੱਠ ਧਾਰਨ ਕੀਤਾ। ਕਹਿ ਲੱਗਿਆ ਮੈਂ ਤਾਂ ਹੁਣ ਹੀ ਜਾ ਕਰਕੇ ਮਹਾਰਾਜ ਦੇ ਦਰਸ਼ਨ ਕਰਨੇ ਹਨ। ਜਿਹੜੇ ਸੀ ਪਹਿਰੇਦਾਰ, ਉਹ ਕਹਿਣ ਲੱਗੇ ਮਹਾਂਪੁਰਖੋ ਦੇਖੋ, ਇਸ ਟਾਈਮ ਸਤਿਗੁਰੂ ਜੀ ਸਮਾਧੀ ਦੇ ਵਿੱਚ ਲੀਨ ਹੋ ਕਰਕੇ ਬੈਠੇ ਨੇ, ਜਾਣ ਦਾ ਟਾਈਮ ਨਹੀਂ, ਥੋੜ੍ਹਾ ਜਿਹਾ ਵਕਤ ਹੋਰ ਠਹਿਰ ਜਾਓ, ਫਿਰ ਤੁਹਾਨੂੰ ਵੀ ਦਰਸ਼ਨ ਹੋ ਜਾਣਗੇ। ਕਹਿ ਲੱਗਿਆ ਮੈਨੂੰ ਕੌਣ ਰੋਕਣ ਵਾਲਾ ਹੈ। ਜਦੋਂ ਇਹਨੇ ਆਪਣੇ ਹੱਥ ਦੇ ਵਿੱਚ ਘੜਿਆ ਜਿਹਾ ਮੋਟਾ ਜਿਹਾ ਸੋਟਾ ਉਸ ਪਹਿਰੇਦਾਰ ਦੇ
ਸਿਰ ਦੇ ਉੱਪਰ ਮਾਰਨ ਦੇ ਲਈ ਉੱਚਾ ਕਰ ਲਿਆ। ਉਸ ਵਕਤ ਹੁਣ ਜੋਧੇ ਸੂਰਮੇ ਦੀ ਪੈ ਗਈ ਨਿਗਾਹ ਵੀ ਤਾਂ ਹੁਣ ਮੇਰੇ ਸਿਰ ਦੇ ਉੱਪਰ ਆਪਣੇ ਬਹੁਤ ਵੱਡੇ ਭਾਰੇ ਅਣਕੜੇ ਸੋਟੇ ਦਾ ਵਾਰ ਕਰਨਾ ਚਾਹੁੰਦਾ। ਢਿੱਲੋਂ ਨੇ ਵੀ ਨਹੀਂ ਕੀਤੀ। ਨਾਲ ਦੀ ਨਾਲ ਫੌਲਾਦੀ ਲੋਹੇ ਦੀ ਤਲਵਾਰ ਦਾ ਬਾਰੇ ਦੇ ਮੋਢੇ ਦੇ ਉੱਪਰ ਝਾੜਤਾ। ਨਾਲ ਦੀ ਨਾਲ ਮਹੰਤ ਬੇਹੋਸ਼ ਹੋ ਕਰਕੇ ਧਰਤੀ ਦੇ ਉੱਪਰ ਡਿੱਗ ਪਿਆ ਸੀ। ਇਹਨੇ ਵੀ ਦਸ਼ਮੇਸ਼ ਪਿਤਾ ਦੇ ਨੂਰਾਨੀ ਚਿਹਰੇ ਦਾ ਦਰਸ਼ਨ ਕਰਦਿਆਂ ਆਪਣਾ 5 ਪੌ ਤੱਕ ਸਰੀਰ ਤਿਆਗ ਦਿੱਤਾ। ਜਿਹੜੇ ਸੀ ਅੱਗੇ ਦੇ ਚੇਲੇ ਉਦੋਂ ਤਾਂ ਸੁਖੂ ਉਹ ਸੋਚਣ ਲੱਗੇ ਵੀ ਗੁਰੂ ਜੀ ਆਉਣਾ ਆਪਣੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਹਨ, ਜਾ ਕਰਕੇ ਆਪਾਂ ਨੇ ਬਦਲਾ ਲੈਣਾ। ਇਹ 50 ਦੀਵਾਨੇ ਸਾਧੂ ਇਕੱਠੇ ਹੋ ਗਏ। ਪਰ ਜਦੋਂ ਅੱਧਾ ਕੁ ਇਹਨਾਂ ਨੇ ਪਿੰਡਾ ਤੈਅ ਕੀਤਾ ਉਸ ਸਮੇਂ ਸੋਚਣ ਲੱਗੇ ਵੀ ਦੇਖੋ ਗੁਰੂ ਜੀ ਨੇ ਬਹੁਤ ਵੱਡੇ ਮਹਾਨ ਯੋਧੇ ਸੂਰਮੇ ਪਤਾ ਨਹੀਂ ਕਿਤਨੀਆਂ ਤੁਰਕਾਂ ਮੁਗਲਾਂ ਪਠਾਨਾਂ ਦੀਆਂ ਫੌਜਾਂ ਵੀ ਗਵਾ ਦਿੱਤੀਆਂ ਹਨ। ਜੇ ਆਪਾਂ ਚਲੇ ਗਏ ਦੇਖ ਲਓ ਫਿਰ ਕੋਈ ਵੀ ਸਾਹਮਣੇ ਹੋ ਕਰਕੇ ਸਤਿਗੁਰੂ ਜੀ ਦਾ ਮੁਕਾਬਲਾ ਨਹੀਂ ਕਰ ਸਕੇਗਾ। ਅੱਧੇ ਕੁ ਡਰਦੇ ਮਾਰੇ ਉੱਥੋਂ ਹੀ ਵਾਪਸ ਮੁੜ ਕੇ ਆ ਗਏ ਸਨ। ਜਦੋਂ ਥੋੜ੍ਹਾ ਜਿਹਾ ਅੱਗੇ ਗਏ ਉਹ ਵੀ ਵਿਚਾਰੇ ਸੋਚਣ ਲੱਗੇ ਵੀ ਕੀ ਕੀਤਾ ਜਾਏ। ਪਰ ਅਖੀਰ ਨੂੰ ਘੁੱਦੂ ਅਤੇ ਸੁਖੂ ਇਹ ਦੋਵੇਂ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਹੋਏ ਸੀ। ਇਹਨਾਂ ਦੇ ਮਨ ਦੀ ਜਿਹੜੀ ਭਾਵਨਾ ਦਸ਼ਮੇਸ਼ ਪਿਤਾ ਨੇ ਪੂਰੀ ਕੀਤੀ। ਜਿਵੇਂ ਆਪਣੇ ਸਿਰਾਂ ਦੇ ਉੱਪਰ ਪਲੰਘਾਂ ਉਠਾ ਕਰਕੇ ਸੇਵਾ ਕਰਨੀ ਚਾਹੁੰਦੇ ਸਨ। ਜਿਹੜਾ ਸੀ ਸੁਖੂ ਮਹੰਤ ਇਹਦੇ ਮਨ ਦੇ ਵਿੱਚ ਬੜਾ ਬੈਰਾਗ ਪੈਦਾ ਹੋ ਗਿਆ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਹੀ। ਜਦੋਂ ਸਤਿਗੁਰੂ ਜੀ ਬੈਠੇ ਪਲੰਘੇ 'ਤੇ ਆ ਕੇ ਉਸ ਵਾਸਤੇ ਮਹਾਰਾਜ ਦੇ ਪਲੰਘੇ ਦੇ ਆਲੇ ਦੁਆਲੇ ਬੜੀ ਤੇਜ਼ੀ ਦੇ ਨਾਲ ਪਰਿਕਰਮਾ ਕਰਦਾ ਹੋਇਆ ਦਾੜ ਦੇ ਕਰਕੇ ਡਿੱਗ ਪਿਆ। ਮਹਾਰਾਜ ਕਹਿਣ ਲੱਗੇ ਵੀ ਇਉਂ ਕਰੋ ਇਹਦਾ ਇਸ਼ਨਾਨ ਕਰਾਓ ਫਿਰ ਪਤਾ ਲੱਗ ਜਾਏਗਾ। ਜਦੋਂ ਇਸ਼ਨਾਨ ਕਰਵਾਇਆ ਕਹਿਣ ਲੱਗਿਆ ਸੱਚੇ ਪਾਤਸ਼ਾਹ ਮੇਰਾ ਇਸ਼ਨਾਨ ਆਪ ਨੇ ਕਾਹਨੂੰ ਕਰਵਾਉਣਾ ਸੀ, ਇਸ਼ਨਾਨ ਕਰਾਇਆ ਨਹੀਂ ਤੇ ਮੇਰੇ ਮਨ ਦਾ ਬੈਰਾਗ ਬਹੁਤ ਘਟ ਗਿਆ ਹੈ। ਸਤਿਗੁਰੂ ਜੀ ਨੇ ਇਹਨੂੰ ਇੱਕ ਜਿਹੜਾ 4 ਨੁਕਰਾਂ ਵਾਲਾ ਰੁਪਈਆ ਬਖਸ਼ਿਆ ਵੀ ਆ ਲੈ। ਹੌਲੀ ਹੌਲੀ ਇਹਦਾ ਇਹ ਜਿਹੜਾ ਰੁਪਈਆ ਵੱਧ ਕਰਕੇ ਵੱਡਾ ਹੋ ਜਾਣਾ। ਕਵੀ ਜੀ ਨੇ ਆਪਣੇ ਸਮੇਂ ਦੀ ਵਾਰਤਾ ਲਿਖੀ ਹੈ ਵੀ ਉਹ ਰੁਪਈਆ ਮਹੰਤਾਂ ਨੇ ਆਪਣੇ ਡੇਰੇ ਦੇ ਵਿੱਚ ਸੰਭਾਲ ਕਰਕੇ ਰੱਖਿਆ ਹੋਇਆ ਹੈ। ਜਦੋਂ ਸਤਿਗੁਰੂ ਜੀ ਨੇ ਇਸ ਥਾਂ ਤੋਂ ਅੱਗੇ ਆਪਣਾ ਡੇਰਾ ਕੋਚ ਕੀਤਾ ਜਿਸ ਨੂੰ ਅੱਜ ਕੱਲ੍ਹ ਖਾਲਸਾ ਪੰਥ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਂ 'ਤੇ ਯਾਦ ਕਰਦੇ ਹਨ। ਪਹਿਲਾਂ ਇਹਦਾ ਨਾਮ ਸੀ ਇਲਾਕੇ ਦੇ ਵਿੱਚ ਚਾਰੇ ਪਾਸੇ ਸਾਬੋ ਕੀ ਤਲਵੰਡੀ ਪੱਕਿਆ ਹੋਇਆ ਸੀ। ਸਾਰੇ ਨੂੰ ਸਾਬੋ ਕੀ ਤਲਵੰਡੀ ਕਿਹਾ ਕਰਦੇ ਸੀ। ਪਰ ਹੁਣ ਬੜੇ ਸਤਿਕਾਰ ਦੇ ਸਹਿਤ ਗੁਰੂ ਕੇ ਪਿਆਰੇ ਇਸ ਸਥਾਨ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਂ 'ਤੇ ਯਾਦ ਕਰਦੇ ਹਨ। ਜਿਹੜਾ ਸੀ ਸਾਬੋ ਕੀ ਤਲਵੰਡੀ ਦੇ ਇਲਾਕੇ ਦਾ ਚੌਧਰੀ ਡੱਲਾ ਉਹਨੂੰ ਵੀ ਮਹਾਰਾਜ ਦੇ ਆਉਣ ਦੀ ਖਬਰ ਪ੍ਰਾਪਤ ਹੋ ਗਈ। ਇਹਨੇ ਆਪਣੇ ਜ਼ਿਮੀਂਦਾਰਾਂ ਦੇ ਘਰਾਂ 'ਚ ਸੁਨੇਹਾ ਭੇਜਤਾ ਵੀ ਸਾਰਿਆਂ ਨੇ ਪਰਿਵਾਰਾਂ 'ਚੋਂ ਆਪਣਾ ਇੱਕ ਮੈਂਬਰ ਮੇਰੇ ਨਾਲ ਤਿਆਰ ਕਰਨਾ। ਆਪਾਂ ਨੇ ਬੜੇ ਆਦਰ ਸਤਿਕਾਰ ਦੇ ਸਹਿਤ
ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਾ ਆਪਣੇ ਨਗਰ ਦੇ ਵਿੱਚ ਲਿਆਉਣਾ ਹੈ। ਆਗਿਆ ਸੁਣ ਕੇ 400 ਜ਼ਿਮੀਂਦਾਰ ਜੋਧਾ ਸੂਰਮਾ ਡੱਲੇ ਚੌਧਰੀ ਦੇ ਨਾਲ ਜਾਣ ਦੇ ਲਈ ਤਿਆਰ ਹੋ ਗਿਆ ਸੀ। ਇਹਨਾਂ ਨੇ ਵੀ ਸਤਿਗੁਰੂ ਜੀ ਦੇ ਚਰਨਾਂ 'ਚ ਜਥਾ ਜੋਗ ਆਪੋ ਆਪਣੀਆਂ ਜਿਹੜੀਆਂ ਭੇਟਾਵਾਂ ਅਰਪਣ ਕੀਤੀਆਂ ਸਨ। ਇਹ ਇਕੱਲੇ ਇਕੱਲੇ ਨੇ ਦਸ਼ਮੇਸ਼ ਪਿਤਾ ਦੇ ਚਰਨਾਂ ਦੇ ਉੱਪਰ ਬੜੀ ਭਾਵਨਾ ਦੇ ਨਾਲ ਆਪਣਾ ਸੀਸ ਝੁਕਾਇਆ। ਉਹ ਸਮੇਂ ਸਤਿਗੁਰੂ ਜੀ ਡੱਲੇ ਚੌਧਰੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਇਹਦੇ ਨਾਲ ਚੱਲ ਪਏ ਸਨ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਿਤਕ ਦੂਰ ਤਲਵੰਡੀ ਰਹੀ। ਜਦੋਂ ਸਾਬੋ ਕੀ ਤਲਵੰਡੀ ਚਲਦਿਆਂ ਥੋੜੀ ਜੀ ਦੂਰੀ ਤੈ ਰਹਿ ਗਈ ਹੈ। ਉਤਰ ਭਰੀ ਪਿਖ ਸੁਨ ਥਲ ਤਹੀ। ਸਤਿਗੁਰੂ ਜੀ ਨੇ ਬਾਹਰ ਬੜੀ ਖੁੱਲੀ ਜਗ੍ਹਾ ਤੇ ਡੇਰਾ ਲਗਾਉਣ ਵਾਸਤੇ ਆਪਣੇ ਵੱਲੋਂ ਆਗਿਆ ਕਰ ਦਿੱਤੀ ਹੈ। ਸਕਲ ਬਹੀਰ ਜਬੈ ਚੱਲ ਆਵੇ। ਜਦੋਂ ਮਹਾਰਾਜ ਦਾ ਬਹੁਤ ਵੱਡਾ ਜਿਹੜਾ ਪਿਛਲਾ ਵੀਰ ਚੱਲ ਕਰਕੇ ਨੇੜੇ ਪਹੁੰਚ ਗਿਆ ਸੀ। ਸੰਧਿਆ ਭਈ ਗ੍ਰਾਮ ਟਿਕ ਜਾਵੇ। ਹੁਣ ਨਗਰ ਦੇ ਨੇੜੇ ਪਹੁੰਚਦਿਆਂ ਤਕਰੀਬਨ ਸੰਧਿਆ ਦਾ ਜਿਹੜਾ ਟਾਈਮ ਹੋ ਚੁੱਕਿਆ ਹੈ। ਫਰਸ਼ ਵਿਸਾਲ ਕਰੀ ਤਿਸਥਾਨਾ। ਤੈਸਾ ਥਾਨਾ ਉੱਤੇ ਹੀ ਸਤਿਗੁਰੂ ਜੀ ਦੇ ਸਜਣ ਦੇ ਲਈ ਡੱਲੇ ਚੌਧਰੀ ਨੇ ਆਪਣੇ ਵੱਲੋਂ ਵੱਡੇ ਵੱਡੇ ਸੋਹਣੇ ਫਰਸ਼ ਵਿਛਵਾ ਦਿੱਤੇ ਸਨ। ਬੈਠ ਗਏ ਪੁਨ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਬੜੇ ਸੁੰਦਰ ਪਲੰਘੇ ਦੇ ਉੱਪਰ ਸਜ ਕਰਕੇ ਬੈਠ ਗਏ ਸਨ। ਬਰਿੰਦ ਬਿਰਾਦਰ ਲੀਕਰ ਸੋਈ। ਉਸੇ ਬਾਤ ਨਾਲ ਜਿਹੜਾ ਸੀ ਡੱਲਾ ਚੌਧਰੀ ਇੱਕ ਆਪਣਾ ਆਪ ਸਤਿਗੁਰੂ ਜੀ ਨੂੰ ਦਿਖਾਉਣ ਦੇ ਲਈ ਵੀ ਮੇਰੇ ਹੁਕਮ ਦੇ ਵਿੱਚ ਬੜੇ ਲੋਕ ਚਲਦੇ ਹਨ। ਜਿਹੜੇ ਸੀ ਇਧਰੀ ਬਰਾਦਰੀ 'ਚੋਂ ਬਹੁਤ ਸਾਰੇ ਕਿਸਾਨ ਜ਼ਿਮੀਂਦਾਰ ਉਹਨਾਂ ਸਾਰਿਆਂ ਨੂੰ ਇਕੱਠਿਆ ਕਰਕੇ ਮਹਾਰਾਜ ਦੇ ਪਾਸ ਪਹੁੰਚ ਗਿਆ। ਬੈਠਿਓ ਡੱਲਾ ਪ੍ਰਭ ਢਿੱਗ ਹੋਈ। ਬਹੁਤ ਨੇੜੇ ਹੋ ਕਰਕੇ ਦਸ਼ਮੇਸ਼ ਪਿਤਾ ਜੀ ਦੇ ਜਦੋਂ ਭਾਈ ਡੱਲਾ ਜੀ ਬੈਠ ਗਏ ਸਨ। ਕਰ ਕੋ ਜੋਰ ਪ੍ਰਸੰਗ ਚਲਾਵਾ। ਉਸ ਸਮੇਂ ਡੱਲੇ ਚੌਧਰੀ ਨੇ ਦੋਵੇਂ ਹੱਥ ਜੋੜਦਿਆਂ ਹੋਇਆਂ ਉਸ ਸਮੇਂ ਜੋ ਗੁਰੂ ਕੇ ਲਾਲਾਂ ਦੀ ਬਹੁਤ ਵੱਡੀ ਮਹਾਨ ਸ਼ਹਾਦਤ ਹੋ ਚੁੱਕੀ ਹੈ ਉਸ ਦੇ ਬਾਰੇ ਨੇ ਬਚਨ ਵਿਲਾਸ ਛੇੜ ਲਏ ਸਨ। ਤੁਰਕ ਦੁਸ਼ਟ ਬਹੁ ਕਪਟ ਕਮਾਵਾ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਵੀ ਦੇਖੋ ਤੁਰਕਾ ਮੁਗਲਾ ਪਠਾਣਾ ਦੇ ਨੇ ਕਿਹੋ ਜਿਹਾ ਆਪ ਦੇ ਨਾਲ ਕਪਟ ਛਲ 420 ਕੀਤੀ ਹੈ। ਜਿਨ੍ਹਾਂ ਨੇ ਆਪਣੇ ਦੀਨ ਧਰਮ ਦੀਆਂ ਕਸਮਾਂ ਵੀ ਚੁੱਕ ਦਿੱਤੀਆਂ ਸਨ ਪਰ ਫਿਰ ਵੀ ਮਨ ਦੇ ਵਿੱਚ ਉਹਨਾਂ ਨੇ ਕਿਤਨਾ ਕਪਟ ਛਲ ਧਾਰਨ ਕੀਤਾ ਹੈ। ਆਪ ਲੜੀ ਕੀਨਸ ਕਮਸਾਨਾ। ਆਪਣੀਆਂ ਕਸਮਾਂ ਨੂੰ ਛਿੱਕੇ ਤੇ ਟੰਗਦਿਆਂ ਹੋਇਆਂ ਜਦੋਂ ਮਹਾਰਾਜ ਥੋੜ੍ਹਾ ਜਿਹਾ ਆਨੰਦਪੁਰ ਤੋਂ ਚਲੇ ਗਏ ਬਾਹਰ ਉਸੇ ਵਕਤ ਇਹਨਾਂ ਨੇ ਫਿਰ ਚਾਰੇ ਪਾਸਿਆਂ ਤੋਂ ਹਮਲਾ ਕਰ ਦਿੱਤਾ ਸੀ। ਭਇਓ ਬਿਨਾਸ਼ੀ ਗਨ ਤੁਰਕਾਨਾ। ਸੱਚੇ ਪਾਤਸ਼ਾਹ ਮੈਦਾਨੇ ਜੰਗ ਦੇ ਵਿੱਚ ਜਦ ਕਰਦਿਆਂ ਪਤਾ ਨਹੀਂ ਇਹ ਕਿਤਨਾ ਤੁਰਕਾਨਾ ਕਿਤਨੇ
ਮੁਗਲ ਪਠਾਨ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਖੱਬੀ ਖਾਨ ਯੋਧੇ ਸੂਰਮੇ ਕਹਾਉਣ ਵਾਲੇ ਕੇਸਰੀ ਚੰਦ ਜੈਸੇ, ਉਹਨਾਂ ਨੂੰ ਵੀ ਮਹਾਰਾਜ ਨੇ ਥੋੜ੍ਹੇ ਟਾਈਮ ਦੇ ਅੰਦਰ ਅੰਦਰ ਹੀ ਖਤਮ ਕਰ ਦਿੱਤਾ ਸੀ। ਕਹਾਂ ਮੁਲਕ ਕੋ ਮਾਲਿਕ ਸ਼ਾਹੋ। ਕਹਿ ਲੱਗਿਆ ਸੱਚੇ ਪਾਤਸ਼ਾਹ ਵੀ ਕਿੱਥੇ ਤਾਂ ਬਾਦਸ਼ਾਹ ਔਰੰਗਜ਼ੇਬ ਸਾਰੇ ਹਿੰਦੁਸਤਾਨ ਦਾ ਮਾਲਕ, ਤੇ ਦੂਸਰੀ ਸਾਈਡ 'ਤੇ ਆਪਦਾ ਤਾਂ ਜਿਹੜਾ ਆਨੰਦਪੁਰ ਨਗਰ ਥੋੜ੍ਹੇ ਜਿਹੇ ਏਰੀਆ ਦੇ ਵਿੱਚ ਹੀ ਵਸਿਆ ਹੋਇਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜੋ ਪਹਾੜੀ ਰਾਜਿਆਂ ਦੇ ਕੋਲੋਂ ਕਾਫੀ ਧਰਤੀ 1,57,000 ਰੁਪਈਆ ਦੇ ਕਰਕੇ ਮੁੱਲ ਖਰੀਦੀ, ਉਹਦੇ ਵਿੱਚ ਫਿਰ ਜੋ ਹੈ ਆਨੰਦਪੁਰ ਆਪਣਾ ਨਗਰ ਵਸਾਇਆ ਸੀ। ਕਹਾਂ ਆਪ ਟਿਗ ਭਟ ਉਤਸ਼ਾਹੋ। ਕਿੱਥੇ ਸੱਚੇ ਪਾਤਸ਼ਾਹ ਵੀ ਆਪ ਦੇ ਪਾਸ ਮੁੱਠੀ ਪਰ ਥੋੜ੍ਹੇ ਜਿਹੇ ਗਿਣਤੀ ਦੇ ਯੋਧੇ ਸੂਰਮੇ, ਉਹਨਾਂ ਨੂੰ ਵੀ ਕੋਈ ਵਿਸ਼ੇਸ਼ ਤੌਰ 'ਤੇ ਇਹ ਸ਼ਾਸਤਰ ਵਿਦਿਆ ਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ ਸੀ। ਮਹਾਰਾਜ ਤਾਂ ਜਿਹਦੇ ਉੱਪਰ ਮਾੜੀ ਜੀ ਕਿਤੇ ਦ੍ਰਿਸ਼ਟੀ ਵੀ ਪਾ ਦਿੰਦੇ, ਉਸੇ ਬਾਤ ਬੜਾ ਯੋਧਾ ਸੂਰਮਾ ਬਹਾਦਰ ਬਣ ਜਾਂਦਾ ਸੀ। ਔਰ ਜਿਹੜੀ ਸ਼ਾਸਤਰ ਵਿਦਿਆ ਤਾਂ ਆਪਣੇ ਆਪ ਹੀ ਉਹਨਾਂ ਦੇ ਹਿਰਦੇ ਦੇ ਅੰਦਰ ਸਫੁਰਨ ਹੋ ਜਾਇਆ ਕਰਦੀ ਸੀ। ਜਦੋਂ ਸਤਿਗੁਰੂ ਜੀ ਨੇ ਆ ਪਾਉਂਟਾ ਸਾਹਿਬ ਬਹੁਤ ਵੱਡਾ ਇਹ ਭੰਗਾਣੀ ਦਾ ਜੰਗ ਕੀਤਾ, ਉਸ ਵਕਤ ਜਿਹੜੇ 500 ਪਠਾਨ ਪੀਰ ਬੁੱਧੂ ਸ਼ਾਹ ਨੇ ਆਪਣੀ ਸਿਫਾਰਿਸ਼ ਦੇ ਮਹਾਰਾਜ ਦੇ ਪਾਸ ਭਰਤੀ ਕਰਵਾਏ। ਉਹਨਾਂ ਨੇ ਵੀ ਐਨ ਬਿਲਕੁਲ ਟਾਈਮ 'ਤੇ ਦਗਾ ਦਿੱਤਾ। ਇਹ ਵੀ ਮਹਾਰਾਜ ਦੇ ਨਾਲ ਸਾਹਮਣੇ ਲੜਨ ਦੇ ਲਈ ਤਿਆਰ ਹੋ ਗਏ ਸੀ। ਉਸ ਵਕਤ ਇੱਕ ਸੀ ਹੈ ਲਾਲ ਚੰਦ ਨਾਮ ਦਾ ਹਲਵਾਈ, ਉਹਦੇ ਮਨ ਦੇ ਵਿੱਚ ਬੜਾ ਵੀਰਸ ਠਾਠਾ ਮਾਰਨ ਲੱਗ ਪਿਆ। ਕਹਿ ਲੱਗਿਆ ਮਹਾਰਾਜ ਮੇਰੇ ਉੱਪਰ ਵੀ ਕਿਰਪਾ ਕਰ ਦਿਓ, ਮੈਂ ਵੀ ਇਹਨਾਂ ਦੇ ਨਾਲ ਜੰਗ ਕਰਨਾ ਚਾਹੁੰਦਾ। ਸਤਿਗੁਰੂ ਜੀ ਕਹਿ ਲੱਗੇ ਵੀ ਤੂੰ ਵੀ ਇਹਨਾਂ ਜ਼ਾਲਮ ਪਾਪੀਆਂ ਦਾ ਨਾਸ਼ ਕਰ ਲੈ, ਤੈਨੂੰ ਕੋਈ ਇੱਥੇ ਰੋਕਣ ਵਾਲਾ ਥੋੜ੍ਹਾ ਹੈ। ਕਹਿ ਲੱਗਾ ਸੱਚੇ ਪਾਤਸ਼ਾਹ ਮੈਨੂੰ ਤਾਂ ਇਹ ਨਹੀਂ ਪਤਾ ਵੀ ਢਾਲ ਕਿਹੜੇ ਹੱਥ ਦੇ ਵਿੱਚ ਲੈਣੀ ਹੈ ਤੇ ਤਲਵਾਰ ਕਿਹੜੇ ਹੱਥ ਨਾਲ ਪਕੜਨੀ ਹੈ। ਪਰ ਮਹਾਰਾਜ ਨੇ ਜਿਹੜਾ ਸੀ ਲਾਲ ਚੰਦ ਹਲਵਾਈ, ਉਹਦੇ ਪਾਸੋਂ ਜਦੋਂ ਇਹੋ ਜਿਹਾ ਬਹੁਤ ਵੱਡਾ ਘਮਸਾਨ ਦਾ ਜੰਗ ਕਰਵਾਇਆ, ਉਹ ਜਿਹੜੇ ਸੀ ਪਠਾਨ ਲੋੜਾ ਰਾਮੀ, ਉਹ ਕਹਿਣ ਲੱਗਿਆ ਜਿਹੜਾ ਹਲਵਾਈ ਕੱਲ੍ਹ ਤਕੜੀ ਦੇ ਵਿੱਚ ਪਾ ਕਰਕੇ ਲੱਡੂ ਜਲੇਬੀਆਂ ਮਠਿਆਈਆਂ ਵੇਚਣ ਵਾਲਾ, ਇਹਨੂੰ ਸ਼ਾਸਤਰ ਵਿਦਿਆ ਕਿਹਨੇ ਸਿਖਾਤੀ? ਇਹਦੇ ਕੋਲੋਂ ਤਾਂ ਆਪਾਂ ਪਾਉਂਟਾ ਸਾਹਿਬ ਦੀ ਪਾਵਨ ਧਰਤੀ 'ਤੇ ਰਹਿੰਦੇ ਹੋਇਆਂ ਕਦੇ ਲੱਡੂ ਲੈ ਲਏ, ਕਦੇ ਮਠਿਆਈਆਂ ਜਲੇਬੀਆਂ ਖਰੀਦ ਕਰਕੇ ਖਾਇਆ ਕਰਦੇ ਸੀ। ਯੋਧਾ ਸੂਰਮਾ ਪਤਾ ਨਹੀਂ ਕਿੱਥੋਂ ਬਣ ਗਏ ਹੈ। ਸਤਿਗੁਰੂ ਜੀ ਜਿਹਦੇ ਉੱਪਰ ਵੀ ਦ੍ਰਿਸ਼ਟੀ ਪਾ ਦਿੰਦੇ, ਉਹ ਇਹੋ ਜਿਹਾ ਬਹੁਤ ਵੱਡਾ ਮਾਨ ਯੋਧਾ ਸੂਰਮਾ ਬਣ ਜਾਂਦਾ। ਉਸ ਸਮੇਂ ਡੱਲੇ ਚੌਧਰੀ ਨੇ ਬੇਨਤੀ ਕੀਤੀ, ਮਹਾਰਾਜ ਉਹਦੇ ਪਾਸ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜਾਂ, ਤੇ ਆਪ ਜੀ ਦੇ ਪਾਸ ਤਾਂ ਮੈਂ ਬਹੁਤ ਘੱਟ ਗਿਣਤੀ ਦੇ ਯੋਧੇ ਸੂਰਮੇ ਸਨ। ਕਾਰਜ ਭਰੀ ਜੰਗ ਕੇ ਭਾਰੀ। ਸੱਚਾ ਪਾਤਸ਼ਾਹ ਵੀ ਬਹੁਤ ਵੱਡੇ ਵੱਡੇ ਘਮਸਾਨ ਦੇ ਜੰਗ ਜਦੋਂ ਆਪ ਜੀ ਨੇ ਉਹਨਾਂ ਤੁਰਕਾਂ ਮੁਗਲਾਂ ਦੇ ਨਾਲ ਕੀਤੇ ਸਨ। ਸਾਹਿਬਜ਼ਾਦੇ ਮ੍ਰਿਤ ਪੇਚਾਰੀ। ਇਹੋ ਜਿਹੇ ਔਖੇ ਟਾਈਮ 'ਤੇ ਕਦੇ ਵੀ ਆਪ ਜੀ ਨੇ ਮੈਨੂੰ ਯਾਦ ਨਹੀਂ ਕੀਤਾ। ਦੇਖੋ ਜੰਗ ਕਰਦੇ ਆਪ ਜੀ ਦੇ ਚਾਰ ਜਿਹੜੇ ਸੋਹਣੇ ਸਾਹਿਬਜ਼ਾਦੇ, ਉਹ ਵੀ
ਸ਼ਹੀਦ ਹੋ ਚੁੱਕੇ ਹਨ। ਪੀਰ ਕਟਨਾ ਰਾਬਰ ਪਰ ਆਈ। ਸੱਚੇ ਪਾਤਸ਼ਾਹ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਭੀੜਾਂ ਆਪ ਦੇ ਉੱਪਰ ਆਨੰਦਪੁਰ ਤੋਂ ਲੈ ਕੇ ਆ ਸਾਡੇ ਜੰਗਲੀ ਇਲਾਕੇ ਦੇ ਵਿੱਚ ਆਉਣ ਤੱਕ ਪੈ ਚੁੱਕੀਆਂ ਹਨ। ਘੇਰਿਓ ਆਨੰਦਪੁਰ ਚੌਂਕਾਈ। ਉਹਨਾਂ ਦੋਸਤਾਂ ਜ਼ਾਲਮਾਂ ਪਾਪੀਆਂ ਨੇ ਨੇੜੇ ਤਾਂ ਕੋਈ ਡਰਦਾ ਹੋਇਆ ਜਾ ਨਹੀਂ ਸਕਿਆ, ਪਰ ਇਹਨਾਂ ਨੇ ਸੋਚਿਆ ਵੀ ਚਾਰੇ ਪਾਸਿਆਂ ਤੋਂ ਆਪਣੇ ਆਨੰਦਪੁਰ ਦੀ ਨਾਕਾਬੰਦੀ ਕਰ ਦੋ। ਜਦੋਂ ਖਾਣ ਪੀਣ ਦਾ ਸਮਾਨ ਮੁੱਕ ਗਿਆ ਆਪਣੇ ਆਪ ਹੀ ਇਹਨਾਂ ਨੇ ਹੱਥ ਖੜਿਆਂ ਕਰਕੇ ਬਾਹਰ ਆ ਜਾਣਾ ਹੈ। ਸਮੈ ਕਸ਼ਟ ਕੀ ਅਸ ਜਬ ਆਈ। ਸੱਚੇ ਪਾਤਸ਼ਾਹ ਵੀ ਜੇ ਜਦੋਂ ਇਹੋ ਜਿਹੇ ਬਹੁਤ ਵੱਡਾ ਵੱਡਾ ਕਸ਼ਟ ਵੱਡਾ ਵੱਡਾ ਦੁੱਖਾਂ ਦਾ ਜਿਹੜਾ ਟਾਈਮ ਆਪ ਜੀ ਦੇ ਉੱਪਰ ਆਇਆ ਸੀ। ਹਮਕੋ ਸਿਮਰਿਓ ਨਹੀਂ ਕਦਾਈ। ਡੱਲਾ ਚੌਧਰੀ ਇੱਕ ਆਪਣਾ ਆਪ ਜਣਾਉਣ ਦੇ ਲਈ ਵਾਰ-ਵਾਰ ਮਹਾਰਾਜ ਦੇ ਅੱਗੇ ਬੇਨਤੀਆਂ ਕਰਨ ਲੱਗ ਪਿਆ। ਸੱਚੇ ਪਾਤਸ਼ਾਹ ਮੈਨੂੰ ਕਦੇ ਵੀ ਆਪ ਨੇ ਅਨੰਦਪੁਰ ਦੇ ਵਿੱਚ ਰਹਿੰਦੇ ਹੋਇਆ ਯਾਦ ਨਹੀਂ ਕੀਤਾ। 200 ਕਿਦੋਂ 300 ਬੀਰਾ। ਸੱਚੇ ਪਾਤਸ਼ਾਹ ਵੀ ਜੇ ਮੈਂ ਕਿਤੇ 200 ਜਾਂ ਫਿਰ 300 ਆਪਣੇ ਨਾਏ ਜ਼ੋਦ ਸੂਰਮੇ ਲੈ ਕਰਕੇ ਆਨੰਦਪੁਰ ਦੇ ਵਿੱਚ ਹਾਜ਼ਰ ਹੋ ਜਾਂਦਾ, ਫਿਰ ਇਹੋ ਜਿਹੀਆਂ ਬਿਪਤੀਆਂ ਇਹੋ ਜਿਹੇ ਵੱਡੇ ਵੱਡੇ ਦੁੱਖ ਆਪ ਨੂੰ ਕਾਹਨੂੰ ਝੱਲਣੇ ਪੈਣੇ ਸਨ। ਲੀਕਰ ਮੈਂ ਪਹੁੰਚਤ ਪ੍ਰਭ ਤੀਰਾ। ਜੇ ਕਿਤੇ ਮਾੜਾ ਜਿਹਾ ਸੁਨੇਹਾ ਵੀ ਆ ਜਾਂਦਾ ਉਸੇ ਬਾਤ ਨਾ ਮੈਂ ਲੈ ਕਰਕੇ ਆਪਣੇ ਜ਼ੋਦੇ ਸੂਰਮੇ ਆਨੰਦਪੁਰ ਦੇ ਵਿੱਚ ਹਾਜ਼ਰ ਹੋ ਜਾਣਾ ਸੀ। ਕਰ ਪਰਾਕਰਮ ਕੀ ਜੁੱਧ ਵਿਸਾਲੀ। ਤਦੋਂ ਮੇਰੇ ਜ਼ੋਦੇ ਸੂਰਮਿਆਂ ਨੇ ਬੜੇ ਬਲ ਜ਼ੋਰ ਦੁਆਰਾ ਇਹੋ ਜਿਹੇ ਵੱਡੇ ਵੱਡੇ ਘਮਸਾਨ ਦੇ ਜੰਗ ਕਰਨੇ ਸਨ। ਸਭ ਵਿਦ ਤੁਮ ਕੋ ਰਖਤ ਸੁਖਾਲੀ। ਮੈਂ ਆਪ ਨੂੰ ਹਰ ਪੱਖ ਤੋਂ ਬੜਾ ਹੀ ਉਸ ਸਮੇਂ ਸੁਖੀ ਰੱਖ ਲੈਣਾ ਸੀ। ਸੁਨ ਕਰ ਡੱਲੇ ਤੀ ਸ਼ੁਭ ਬੈਨੰ। ਜਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਸਤਿਗੁਰੂ ਜੀ ਦਾ ਸਰਬਾਗਨ ਨੇ ਅੰਤਰ ਜਾਮੀ ਨੇ ਡੱਲੇ ਚੌਧਰੀ ਦੇ ਕੋਲੋਂ ਮਹਾਰਾਜ ਨੇ ਸੁਣ ਲਿਆ ਸੀ। ਸ਼੍ਰੀ ਮੁਖ ਪਾਕਿਓ ਪੰਕਜ ਨੈਨੰ। ਉਸ ਸਮੇਂ ਸਤਿਗੁਰੂ ਜੀ ਦਾ ਜਿਹੜੇ ਦੋਵੇਂ ਨੇਤਰ ਇਹ ਕਮਲ ਦੇ ਫਲ ਦੇ ਸਮਾਨ ਖਿੜੇ ਹੋਏ ਸੀ। ਭਈ ਸੋ ਭਈ ਬੀਤ ਅਬ ਗਈਓ। ਸਤਿਗੁਰੂ ਜੀ ਕਹਿ ਲੱਗੇ ਡੱਲਾ ਚੌਧਰੀ ਜਿਹੜੀ ਬੀਤ ਗਈ ਹੈ ਉਹਨੂੰ ਆਪਾਂ ਨੇ ਦੁਬਾਰਾ ਫਿਰ ਯਾਦ ਕਰਕੇ ਕੀ ਲੈਣਾ ਹੈ। ਹਾਥ ਨ ਆਵੇ ਜਤਨ ਜੇ ਕਇਓ। ਜੇ ਹੁਣ ਆਪਾਂ ਨੇਕ ਪ੍ਰਕਾਰ ਦੇ ਉਪਾਅ ਯਤਨ ਕਰ ਵੀ ਲਈਏ, ਜਿਹੜਾ ਟਾਈਮ ਹੁਣ ਇੱਕ ਵਾਰੀ ਬਤੀਤ ਹੋ ਗਿਆ ਉਹ ਦੁਬਾਰਾ ਕਦੇ ਹੱਥ ਨਹੀਂ ਆਇਆ ਕਰਦਾ। ਰਹੀ ਵਾਸਤੇ ਖਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਬੜੇ ਸੋਹਣੇ ਜਿਹੜੇ ਪ੍ਰਵਚਨ ਆਪਣੇ ਵੱਲੋਂ ਇਹ ਟਾਈਮ ਦੇ ਬਾਬਤ ਲਿਖੇ ਹੋਏ ਹਨ। ਜੰਗ ਵਿਖੇ ਮਾਰਨ ਕੈ ਮਰਨੋ। ਸਤਿਗੁਰੂ ਜੀ ਕਹਿ ਲੱਗਾ ਡੱਲਾ ਚੌਧਰੀ ਵੀ ਹੁਣ ਮੈਦਾਨੇ ਜੰਗ ਦੇ ਵਿੱਚ ਸੂਰਮਿਆਂ ਦੇ ਲਈ ਦੋ ਹੀ ਗੱਲਾਂ ਹਮੇਸ਼ਾ ਵਾਸਤੇ ਹੋਇਆ ਕਰਦੀਆਂ ਨੇ ਨਾ, ਜਾਂ ਸ਼ਹੀਦ ਹੋ ਜਾਓ ਜਾਂ ਫਿਰ ਦੂਸਰੇ ਨੂੰ ਮਾਰ ਲਓ। ਹੋਰ ਤਾਂ ਤੀਜੀ ਗੱਲ ਕੋਈ ਜੋਦੇ ਸੂਰਮਿਆਂ ਦੇ ਸਾਹਮਣੇ ਨਹੀਂ ਆਉਂਦੀ ਹੈ। ਪਛਤਾਪ ਕਹਾਂ ਤਿਸ ਕਰਨੋ। ਹੁਣ ਜਿਹੜਾ ਸਮਾਂ ਇੱਕ ਵਾਰੀ ਹੱਥ 'ਚੋਂ ਲੰਘ ਗਿਆ ਉਹਦਾ ਹੁਣ ਦੁਬਾਰਾ ਫਿਰ ਆਪਾਂ ਨੇ ਕਾਹਦਾ ਪਛਤਾਤਾਪ ਕਰਨਾ ਹੈ। ਪੁਨ ਡੱਲਾ ਬੋਲਿਓ ਸੁਨ ਐਸੀ। ਪਰ ਫਿਰ ਵੀ ਡੱਲੇ ਚੌਧਰੀ ਨੇ ਜਦੋਂ ਮਹਾਰਾਜ ਦੇ ਅੱਗੇ ਬਾਰ-ਬਾਰ ਬੇਨਤੀਆਂ ਕੀਤੀਆਂ ਸਨ। ਇਹ ਜਥਾਵਤ ਉਚਰੋ ਜੈਸੀ। ਸੱਚੇ ਪਾਤਸ਼ਾਹ ਗਰੀਬ ਨਵਾਜ ਭਾਵੇਂ ਆਪਣੇ ਰਸਨਾ ਤੋਂ ਇਹ ਜਿਹੜੇ ਬਚਨ ਜਥਾ ਜੋਗੀ ਉਚਾਰਨ ਕੀਤੇ ਹਨ। ਤਉ ਦਾਸ ਹਮ ਰਾਵਰ ਕੀਰੀ। ਪਰ ਫਿਰ ਮੈਂ ਵੀ
ਬੜੇ ਲੰਮੇ ਸਮੇਂ ਤੋਂ ਆਪ ਜੀ ਦੇ ਚਰਨਾਂ ਦਾ ਸੇਵਕ ਦਾਸ ਬਣਿਆ ਹੋਇਆ ਹਾਂ। ਉਹ ਸਮੇਂ ਇਹ ਜਿਹੜੀ ਸੇਵਾ ਕਰਨ ਦੇ ਲਈ ਡੱਲੇ ਚੌਧਰੀ ਨੇ ਵਾਰ-ਵਾਰ ਸਤਿਗੁਰੂ ਜੀ ਦੇ ਅੱਗੇ ਹੱਥ ਜੋੜੇ ਸਨ। ਅੱਜ ਦੇ ਦਿਨ ਇਹੋ ਜਿਹੇ ਮਹਾਨ ਮਹਾਂਪੁਰਖਾਂ ਦਾ ਇਸ ਦੁਨੀਆ ਦੇ ਅੰਦਰ ਜਨਮ ਹੋਇਆ ਸੀ। ਸੰਤ ਬਾਬਾ ਈਸਰ ਸਿੰਘ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਸਥਾਨਾਂ ਦੇ ਉੱਪਰ ਸਾਰੀਆਂ ਸੰਗਤਾਂ ਇਸ ਵਕਤ ਬੜਾ ਹੀ ਆਨੰਦ ਪ੍ਰਾਪਤ ਕਰ ਰਹੀਆਂ ਹਨ। ਉਹਨਾਂ ਨਗਰਾਂ ਨੂੰ, ਉਹਨਾਂ ਥਾਵਾਂ ਨੂੰ ਵੀ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਅਲਾਈ ਬਾਣੀ ਦੇ ਅੰਦਰ ਧੰਨਤਾ ਦੇ ਯੋਗ ਕਥਨ ਕੀਤਾ ਵੀ ਜਿੱਥੇ ਬ੍ਰਹਮ ਗਿਆਨੀ, ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ ਤਤਵਿਤ ਤਿਆਗੀ ਬਰਾਗੀ ਰਾਜਾ ਜੋਗੀ ਮਹਾਂਪੁਰਖ ਪਰਉਪਕਾਰ ਕਰਨ ਦੇ ਲਈ ਆਪਣਾ ਜਿਹੜਾ ਪੰਜ ਭੌਤਿਕ ਸਰੀਰ ਧਾਰਨ ਕਰਦੇ ਹਨ। ਧਨ ਸੋ ਗਾਓ, ਤਨ ਸੋ ਠਾਓ, ਤਨ ਪਨੀਤ ਕੋਟੰਬ ਸਭ ਲੋਏ, ਜਨ ਪੀਆ ਸਾਰ ਰਸ ਤਜੈ ਆਨ ਰਸ, ਹੋਏ ਰਸ ਮਗਨ ਡਾਰੇ ਵਿਖ ਖੋਏ। ਜਿਸ ਮਾਤਾ ਦੀ ਕੁੱਖ ਤੋਂ ਇਹੋ ਜਿਹੇ ਜਿਹੜੇ ਨਾਮ ਰਸੀਏ ਬ੍ਰਹਮ ਬੈਤੇ ਮਹਾਂਪੁਰਖ ਜਨਮ ਧਾਰਨ ਕਰਦੇ ਹਨ, ਉਸ ਮਾਤਾ ਦੀ ਵੀ ਸਤਿਗੁਰੂ ਜੀ ਨੇ ਬੜੀ ਵਡਿਆਈ ਕੀਤੀ ਹੈ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਦਾਨ। ਉਹ ਮਾਤਾ ਵੀ, ਉਹ ਪਿਤਾ ਵੀ ਆ ਸੰਸਾਰ ਦੇ ਅੰਦਰ ਧਨਤਾ ਦੇ ਯੋਗ ਬਣ ਜਾਂਦੇ ਹਨ। ਮਹਾਂਪੁਰਖਾਂ ਨੇ ਆਲੋਵਾਲ ਨਗਰ ਜਿਹੜਾ ਹੈ ਪਟਿਆਲੇ ਦੇ ਨੇੜੇ ਪੈਂਦਾ ਹੈ, ਬਹੁਤ ਹੀ ਸਤਿਕਾਰਯੋਗ ਪੂਜਨੀਕ ਮਾਤਾ ਰਤਨ ਕੌਰ ਜੀ, ਉਹਨਾਂ ਦੀ ਕੁੱਖ ਨੂੰ ਭਾਗ ਲਗਾਏ ਸਨ। ਇਹ ਜਿਹੜਾ ਘਰਾਣਾ ਆਲੇ ਦੁਆਲੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮੰਨਿਆ ਪਰਮੰਨਿਆ ਸੀ। ਮਹਾਂਪੁਰਖਾਂ ਨੇ ਇੱਕ ਬਹੁਤ ਵੱਡੇ ਅਮੀਰ ਘਰਾਣੇ ਦੇ ਵਿੱਚ ਜਨਮ ਧਾਰਨ ਕੀਤਾ। ਸਤਿਕਾਰਯੋਗ ਬਾਬਾ ਰਾਮ ਸਿੰਘ ਜੀ ਨੰਬਰਦਾਰ, ਜਿਨ੍ਹਾਂ ਨੇ ਨੰਬਰਦਾਰੀ ਕਰਦਿਆਂ ਕਿਸੇ ਦੇ ਕੋਲੋਂ ਇੱਕ ਵੀ ਜਿਹੜਾ ਪੈਸਾ ਨਹੀਂ ਖਾਂਦਾ ਸੀ। ਪਬਲਿਕ ਦੇ ਲੋਕਾਂ ਦਾ ਅਗਰ ਕੋਈ ਇਹੋ ਜਿਹਾ ਸਰਕਾਰੇ ਦਰਬਾਰੇ ਕੰਮ ਪੈ ਗਿਆ, ਉਸ ਸਮੇਂ ਉਹਨਾਂ ਦਾ ਜਿਹੜਾ ਕੰਮ ਕਰਵਾਉਣ ਦੇ ਲਈ ਜਦੋਂ ਵੀ ਬਾਬਾ ਰਾਮ ਸਿੰਘ ਜੀ ਨੰਬਰਦਾਰ ਨੇ ਜਾਣਾ, ਪੱਲਿਓਂ ਤਾਂ ਖਰਚ ਕਰ ਦਿੰਦੇ, ਪਰ ਕਿਸੇ ਕੋਲੋਂ ਇੱਕ ਵੀ ਜਿਹੜਾ ਪੈਸਾ ਕਦੇ ਰਿਸ਼ਵਤ ਦਾ ਨਹੀਂ ਖਾਧਾ ਸੀ। ਸੰਤ ਬਾਬਾ ਬੀਰਮਦਾਸ ਬਦੋਸ਼ੀ ਵਾਲੇ, ਉਹਨਾਂ ਨੇ ਇਹ ਅਗੰਮੀ ਬਚਨ ਪਹਿਲਾਂ ਹੀ ਬੜਾ ਲੰਬਾ ਸਮਾਂ ਆਪਣੀ ਰਸਨਾ ਤੋਂ ਕਹਿ ਦਿੱਤੇ ਸਨ। ਜਦੋਂ ਸਾਂਝੀ ਮਹਾਰਾਜ ਦੇ ਮਾਤਾ ਪਿਤਾ ਬੀਤਰਾਗ ਮਾਨ ਕਰਨੀ ਦੇ ਮਾਲਕ ਬਾਬਾ ਬੀਰਮਦਾਸ ਜੀ, ਔਰ ਜਿਹੜੀ ਕਾਰ ਸੇਵਾ ਹੈ ਬਾਬਾ ਬੀਰਮਦਾਸ ਜੀ ਤੋਂ ਆਰੰਭ ਹੋਈ ਹੈ। ਖੈਰ, ਜਦੋਂ ਮਾਤਾ ਪਿਤਾ ਬਾਬਾ ਬੀਰਮਦਾਸ ਜੀ ਨੂੰ ਮੱਥਾ ਟੇਕ ਕੇ ਬੈਠ ਗਏ ਸਨ, ਉਹ ਸਮੇਂ ਬਾਲਕ ਰੂਪ ਦੇ ਵਿੱਚ ਸਾਂਝੀ ਮਹਾਰਾਜ ਬਾਬਾ ਬੀਰਮਦਾਸ ਜੀ ਦੇ ਬਰਾਬਰ ਆਪਣੇ ਪੈਰਾਂ ਭਾਰ ਜਾ ਕਰਕੇ ਜਦੋਂ ਬਹਿ ਗਏ, ਉਸ ਸਮੇਂ
ਮਾਤਾ ਪਿਤਾ ਜੀ ਬੜੇ ਡਰੇ ਵੀ ਕਾਹਨੂੰ ਅਸੀਂ ਆਪਣੇ ਬੱਚਿਆਂ ਨੂੰ ਨਾਲ ਲਿਆਉਣਾ ਸੀ। ਉਸ ਵਕਤ ਬਾਬਾ ਬੀਰ ਰਮਦਾਸ ਜੀ ਪੁੱਛਣ ਲੱਗੇ, ਨੰਬਰਦਾਰਾ ਆ ਕੌਣ ਹੈ? ਡਰਦਿਆਂ ਮਾਰਿਆਂ ਕਹਿਣ ਲੱਗੇ, ਮਹਾਰਾਜ ਜੀ ਆਪ ਦੀ ਦਾਤ ਹੈ। ਕਹਿਣ ਲੱਗੇ, ਦਾਤਾਂ ਤਾਂ ਹੈਗੀਆਂ ਸਾਰੀਆਂ ਭਗਵਾਨ ਦੀਆਂ ਬਖਸ਼ੀਆਂ ਹੋਈਆਂ, ਪਰ ਦੱਸ ਇਹ ਕੌਣ ਹੈ? ਉਸ ਸਮੇਂ ਬਾਬਾ ਨੰਬਰਦਾਰ ਜੀ ਨੇ ਦੋਵੇਂ ਹੱਥ ਜੋੜੇ ਕਹਿਣ ਲੱਗੇ, ਮਹਾਂਪੁਰਖੋ, ਇਹ ਦੁਨਿਆਵੀ ਤੌਰ 'ਤੇ ਮੇਰੇ ਪੁੱਤਰ ਲੱਗਦੇ ਹਨ। ਕਹਿਣ ਲੱਗੇ, ਇਹਨਾਂ ਨੂੰ ਕਿਤੇ ਆ ਦੁਨਿਆਵੀ ਪੁੱਤਾਂ ਦੇ ਸਮਾਨ ਨਾ ਮਨ ਦੇ ਵਿੱਚ ਸਮਝੀ ਵੀ ਅਸੀਂ ਤਾਂ ਰਹਿੰਦੇ ਇੱਥੇ ਉਰੋਈਆਂ ਬੀਆਬਾਨ ਜੰਗਲਾਂ 'ਚ। ਇੱਥੇ ਗਰੀਬ ਹੈ, ਅਮੀਰ ਹੈ, ਬਾਦਸ਼ਾਹ ਕੰਗਾਲ ਹੈ, ਸਾਡੇ ਸਾਰੇ ਕੋਲੇ ਦਰਸ਼ਨ ਕਰ ਲੈਂਦੇ ਹਨ, ਪਰ ਤੂੰ ਅੱਖਾਂ ਦੇ ਨਾਲ ਦੇ ਲਈ। ਜਿਹੜੇ ਲੋਕ ਇਹ ਸਮਾਜ ਦੇ ਵਿੱਚ ਨਾ ਆਪਣੇ ਆਪ ਨੂੰ ਬਹੁਤ ਵੱਡੇ ਵੱਡੇ ਕਹਾਉਣ ਵਾਲੇ, ਇਹਨਾਂ ਦਾ ਦਰਸ਼ਨ ਕਰਨ ਦੇ ਲਈ ਫਿਰ ਉਹਨਾਂ ਨੂੰ ਪਹਿਲਾਂ ਜਿਹੜਾ ਟਾਈਮ ਲੈਣਾ ਪਿਆ ਕਰੇਗਾ। ਇਸੇ ਤਰ੍ਹਾਂ ਕੈਰੋਂ ਵਰਗੇ ਉਹਨਾਂ ਨੂੰ ਵੀ ਫਿਰ ਮਹਾਂਪੁਰਖਾਂ ਦੇ ਜਿਹੜੇ ਦਰਸ਼ਨ ਲਾਈਨ ਦੇ ਵਿੱਚ ਲੱਗ ਕਰਕੇ ਹੋਏ ਸੀ। ਉਹਨਾਂ ਮਹਾਂਪੁਰਖਾਂ ਦਾ 117ਵਾਂ ਜਿਹੜਾ ਜਨਮ ਦਿਹਾੜਾ ਹਰੇਕ ਸਾਲ ਦੀ ਤਰ੍ਹਾਂ ਅੱਜ ਦੇ ਦਿਨ ਸੰਗਤਾਂ ਨੇ ਆਲੋਵਾਲ ਨਗਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ। ਉੱਥੇ ਨਹੀਂ ਪਤਾ ਲੱਗਿਆ ਵੀ ਪ੍ਰੇਮੀ ਗੌਰਸਿਕ ਪਤਾ ਨਹੀਂ ਕਿਤਨੇ ਪਦਾਰਥ ਵਰਤਾ ਕੇ ਸੰਗਤਾਂ ਦੀ ਸੇਵਾ ਕਰ ਰਹੇ ਹਨ। ਇਸ ਸਥਾਨ 'ਤੇ ਵੀ 12 ਮਹੀਨੇ ਇਸੇ ਤਰ੍ਹਾਂ ਇਹ ਗੁਰੂ ਕੇ ਲੰਗਰ ਜਿਹੜੇ ਅਤੁੱਟ ਵਰਤਦੇ ਰਹਿੰਦੇ ਹਨ, ਭਾਵੇਂ ਕੋਈ ਰਾਤ ਦੇ 12 ਵਜੇ ਆ ਜੇ। ਇਹ ਕਹਿਣ ਦੀ ਲੋੜ ਨਹੀਂ ਪੈਂਦੀ, ਭਾਈ ਆ ਤੁਸੀਂ ਆਟਾ ਲੈ ਲਓ, ਦਾਲ ਲੈ ਲਓ, ਆਪਣਾ ਤਿਆਰ ਕਰਕੇ ਛਕ ਸਕਦੇ ਹੋ। ਭਾਵੇਂ ਇੱਕ ਬੱਸ ਆ ਗਈ, 2 ਬੱਸਾਂ ਆ ਗਈਆਂ। ਇਹ ਲੰਗਰ ਜਿਹੜਾ ਤਿਆਰ ਕਰਿਆ ਕਰਾਇਆ ਮਹਾਂਪੁਰਖਾਂ ਦੇ ਪਾਵਨ ਸਥਾਨ 'ਤੇ ਪ੍ਰਾਪਤ ਹੁੰਦਾ ਹੈ। ਉਹਨਾਂ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ, ਲੱਖ ਲੱਖ ਖੁਸ਼ੀਆਂ ਹੋਣ। ਜਿਸ ਪ੍ਰਕਾਰ ਡੱਲੇ ਚੌਧਰੀ ਨੇ ਮਹਾਰਾਜ ਦੇ ਪਾਸ ਆਪਣੇ ਵੱਲੋਂ ਬੇਨਤੀ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾਂ ਤਾਈਂ ਨੇ ਹਾਲ ਕਰ ਰਹੇ ਨੇ। ਤਉ ਦਾਸ ਹਮ ਰਾਵਰ ਕੀਰੀ, ਕਾਲ ਤਰਨ ਕਮਸਾਨ ਕਨੀਰੀ। ਤਉ ਦਾਸ ਹਮ ਰਾਵਰ ਕੀਰੀ, ਕਾਲ ਤਰਨ ਕਮਸਾਨ ਕਨੀਰੀ। ਚੌਥੇ ਪਾਰ ਬ੍ਰਹਮਾ ਅਵਨਾਸੀ ਅਗਨਾ